ਧੰਨ ਵਾਹਿਗੁਰੂ ਸਾਹਿਬ ਜੀ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਵਾਹਿਗੁਰੂ ਸਾਹਿਬ ਜੀ। ਰਬ ਪਰਗਾਸ ਰਜਨੀ ਜਥਾਗਤ, ਜਾਨਤ ਸਭ ਸੰਸਾਰ। ਪਾਰਸ ਮਾਨੋ ਤਾਂਬੋ ਛੁਏ, ਕਨਕ ਹੋਤ ਨਹੀਂ ਬਾਰ। ਪਰਮ ਪਰਸ ਗੁਰ ਭੇਟੀਐ, ਪੂਰਬ ਲਿਖਤ ਲਿਲਾਟ। ਓਨ ਮਨ 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 ਹੀ ਮਿਲੇ, ਛੁਟਕਤ ਬਜਰ ਕਪਾਟ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਪ੍ਰੇਮ ਭਗਤ ਨਹੀਂ ਊਪਜੈ, ਤਾਤੇ ਰਵਿਦਾਸ ਉਦਾਸ। ਪ੍ਰੇਮ ਭਗਤ ਨਹੀਂ ਊਪਜੈ, ਤਾਤੇ ਰਵਿਦਾਸ ਉਦਾਸ। ਪਰਮ ਸਤਿਕਾਰਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੇ ਪਹਿਲੇ 4 ਬੰਦਾਂ ਦੀ ਵਿਚਾਰ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਕੀਤੀ ਸੀ। ਅੱਜ ਜਿਹੜੇ ਅਗਲੇਰੇ 4 ਬੰਦ ਉਹਨਾਂ ਦੀ ਵਿਚਾਰ ਸਾਂਝੀ ਕਰਾਂਗੇ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 346 ਤੇ ਰਾਗ ਗੌੜੀ ਦੇ ਵਿੱਚ ਦਰਜ ਹੈ। ਰਾਗ ਗੌੜੀ ਦੇ ਵਿੱਚ ਰਵਿਦਾਸ ਮਹਾਰਾਜ ਜੀ ਦਾ ਇਹ ਅਖੀਰਲਾ ਸ਼ਬਦ ਹੈ। ਬਾਕੀ ਸ਼ਬਦ ਜਿਹੜੇ ਨਾ ਹੋਰ ਵੱਖੋ ਵੱਖਰੇ ਰਾਗਾਂ ਵਿੱਚ ਦਰਜ ਨੇ। ਰਵਿਦਾਸ ਮਹਾਰਾਜ ਜੀ ਨੇ ਪਹਿਲੇ 4 ਬੰਦਾਂ ਦੇ ਵਿੱਚ ਜੋ ਵਿਚਾਰ ਸਾਨੂੰ ਬਖਸ਼ਿਸ਼ ਕੀਤੇ ਸੀ, ਉਪਦੇਸ਼ ਬਖਸ਼ਿਸ਼ ਕੀਤਾ ਸੀ। ਭਗਤ ਰਵਿਦਾਸ ਜੀ ਨੇ ਜਿਹੜੇ ਲੋਕ ਕਰਮ ਕਾਂਡ ਕਰਕੇ, ਪਖੰਡ ਕਰਕੇ ਆਪਣੇ ਮਨ ਦੇ ਵਿੱਚ ਭਰਮ ਪਾਲੀ ਬੈਠੇ ਨੇ ਕਿ ਅਸੀਂ ਜੇਕਰ ਇਹ ਕਰਮ ਕਾਂਡ ਕਰਾਂਗੇ, ਇਹ ਵੱਖੋ ਵੱਖਰੀਆਂ ਰਸਮ ਰਿਵਾਜ ਨਿਭਾਵਾਂਗੇ, ਫਿਰ ਸਾਡੇ ਜੀਵਨ ਦੇ ਅੰਦਰ ਪ੍ਰਭੂ ਦੀ ਪ੍ਰੇਮਾ ਭਗਤੀ ਪੈਦਾ ਹੋ ਜਾਵੇਗੀ, ਫਿਰ ਸਾਡਾ ਜੀਵਨ ਜਿਹੜਾ ਅਕਾਲ ਪੁਰਖ ਦੇ ਨਾਲ ਜੁੜ ਜਾਵੇਗਾ, ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ।
ਜਿਹੜਾ ਸਾਰੇ ਸੰਸਾਰ ਵਿੱਚ ਵਿਆਪਕ ਹੈ। ਰਵਿਦਾਸ ਮਹਾਰਾਜ ਜੀ ਨੇ ਉਹਨਾਂ ਉੱਤੇ ਇੱਕ ਸਵਾਲ ਕੀਤਾ ਕਿ ਤੁਸੀਂ ਮੈਨੂੰ ਅੱਜ ਤੱਕ ਇਹ ਗੱਲ ਸਮਝਾ ਨਹੀਂ ਦੱਸ ਸਕੇ, ਨਾ ਹੀ ਕੋਈ ਇਹੋ ਜਿਹਾ ਤਰੀਕਾ ਦੱਸ ਸਕੇ ਜਿਹਦੇ ਨਾਲ ਸਾਡਾ ਜੀਵਨ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੇ, ਜਿਹਦੇ ਨਾਲ ਸਾਡਾ ਇਹ ਮਨੁੱਖਾ ਜਨਮ ਸਫਲ ਹੋ ਸਕੇ। ਜਿਸ ਕਰਮ ਕਰਕੇ ਮੇਰੇ ਜੀਵਨ ਦਾ ਇਹ ਆਵਾਗੌਣ ਜਨਮ ਮਰਨ ਮਿਟ ਸਕੇ, ਜੀਵਨ ਦੇ ਵਿੱਚੋਂ ਹੰਕਾਰ ਦੂਰ ਹੋ ਸਕੇ ਤੇ ਜੀਵਨ ਜਿਹੜਾ ਨਿਰਮਲ ਪਵਿੱਤਰ ਹੋ ਸਕੇ। ਤੁਹਾਡੇ ਕੀਤੇ ਹੋਏ ਕਰਮ ਕਾਂਡਾਂ ਦੇ ਵਿੱਚੋਂ ਮੈਨੂੰ ਇਹੋ ਜਿਹਾ ਕੁਝ ਵੀ ਨਜ਼ਰ ਨਹੀਂ ਆਉਂਦਾ। ਰਵਿਦਾਸ ਮਹਾਰਾਜ ਜੀ ਨੇ ਉਹਨਾਂ ਲੋਕਾਂ ਦੇ ਕੀਤੇ ਕਰਮ ਕਾਂਡਾਂ ਦਾ ਵੀ ਜ਼ਿਕਰ ਕੀਤਾ ਕਿ ਵੱਖੋ ਵੱਖਰੇ ਯੁੱਗ ਬਣਾਏ ਗਏ, ਵੱਖੋ ਵੱਖਰੇ ਯੁੱਗਾਂ ਦੇ ਵਿੱਚੋਂ ਵੱਖਰੋ ਵੱਖਰੇ ਜਿਹੜੇ ਕਰਮ ਸੀ ਉਹ ਪ੍ਰਧਾਨ ਹਨ ਕਿ ਕਿਸੇ ਯੁੱਗ ਵਿੱਚ ਦਾਨ ਪੁੰਨ ਕਰੇਗਾ, ਕਿਸੇ ਯੁੱਗ ਵਿੱਚ ਜੇਕਰ ਜੱਗ ਕਰੇਗਾ, ਜੇਕਰ ਤੂੰ ਫਿਰ ਦੇਵਤਿਆਂ ਦੀ ਪੂਜਾ ਕਰੇਗਾ, ਜੇਕਰ ਸ਼੍ਰੀ ਰਾਮ ਚੰਦਰ ਕ੍ਰਿਸ਼ਨ ਜੀ ਦੇ ਨਾਮ ਨੂੰ ਆਸਰਾ ਬਣਾਵੇਗਾ, ਤੁਹਾਡਾ ਜਿਹੜਾ ਜੀਵਨ ਮੁਕਤ ਹੋਵੇਗਾ, ਤੁਹਾਡਾ ਜੀਵਨ ਜਿਹੜਾ ਆਨੰਦ ਨਾਲ ਭਰ ਜਾਵੇਗਾ। ਇਹ ਵਿਚਾਰਾਂ ਜਿਹੜੀਆਂ ਉਹਨਾਂ ਲੋਕਾਂ ਦੀਆਂ ਸੀ ਜਿਹੜੇ ਲੋਕ ਪਖੰਡ ਵਹਿਮਾਂ ਭਰਮਾਂ ਵਿੱਚ ਪਏ ਹੋਏ ਨੇ, ਜਿਹੜੇ ਵੇਦਾਂ ਪੁਰਾਣਾਂ ਦੀ ਵਿਚਾਰ ਨੂੰ ਪੜ੍ਹਦੇ ਨੇ, ਮੰਨਦੇ ਨੇ ਕਿ ਵੱਖੋ ਵੱਖਰੇ ਸ਼ਾਸਤਰਾਂ ਦੀਆਂ ਵਿਧੀਆਂ ਅਨੁਸਾਰ ਜਿਹੜੇ ਲੋਕ ਇਹ ਕਰਮ ਕਰਨਗੇ ਉਹਨਾਂ ਦੇ ਜੀਵਨ ਨੂੰ ਮੁਕਤੀ ਮਿਲੇਗੀ। ਪਰ ਭਗਤ ਰਵਿਦਾਸ ਜੀ ਨੇ ਇਹਨਾਂ ਵਿਚਾਰਾਂ ਨੂੰ ਜਿਹੜਾ ਰੱਦ ਕਰਦਿਆਂ ਹੋਇਆਂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਉਹ ਤਰੀਕਾ ਦੱਸਿਆ ਜਿਸ ਵਿੱਚ ਸੱਚਮੁੱਚ ਹੀ ਸਾਨੂੰ ਰੱਬੀ ਗੁਣ ਪ੍ਰਾਪਤ ਹੋਣਗੇ, ਜਿਸ ਵਿੱਚ ਸੱਚਮੁੱਚ ਹੀ ਸਾਡਾ ਜੀਵਨ ਜਿਹੜਾ ਇਹ ਸਫਲਾ ਹੋ ਜਾਵੇਗਾ। ਗੁਰੂ ਪਿਆਰ ਵਾਲਿਓ, ਰਵਿਦਾਸ ਮਹਾਰਾਜ ਜੀ ਨੇ ਜੋ ਵਿਚਾਰ ਸਾਨੂੰ ਦਿੱਤੇ ਨੇ ਤੇ ਉਹਨਾਂ ਲੋਕਾਂ ਨੂੰ ਵੀ ਇਹ ਸੁਚੇਤ ਹੋਣਾ ਚਾਹੀਦਾ ਕਿ ਭਾਈ ਸਤਿਗੁਰੂ ਦੀ ਬਾਣੀ ਇਹ ਗੱਲਾਂ ਕਲੀਅਰ ਕਰਦੀਆਂ ਨੇ ਕਿ ਜਿੰਨੇ ਮਰਜ਼ੀ ਤੁਸੀਂ ਸਾਰੀ ਉਮਰ ਪਖੰਡ ਕਰੀ ਜਾਵੋ, ਸਾਰੀ ਉਮਰ ਕਰਮ ਕਾਂਡ ਵਹਿਮ ਭਰਮ ਧਾਗੇ ਤਵੀਤ ਟੂਣੇ ਟੱਪੇ ਇਹਨਾਂ ਕਰਮਾਂ ਵਿੱਚ ਭਾਵੇਂ ਸਾਰੀ ਉਮਰ ਕਰੀ ਜਾਵੋ, ਤੁਹਾਡਾ ਹੱਲ ਕੁਝ ਨਹੀਂ ਹੋ ਸਕਦਾ। ਤੁਹਾਡੇ ਜੀਵਨ 'ਚ ਸਦਾ ਵਾਸਤੇ ਸ਼ਾਂਤੀ ਸੁੱਖ ਕੁਝ ਵੀ ਪ੍ਰਾਪਤ ਤੁਹਾਨੂੰ ਨਹੀਂ ਹੋ ਸਕਦਾ। ਤੁਸੀਂ ਸਾਰੀ ਉਮਰ ਹੀ ਇਹ ਕਰਮ ਕਾਂਡ ਵਹਿਮ ਭਰਮ ਪਖੰਡ ਕਰਕੇ ਆਪਣਾ ਸਮਾਂ ਖਰਾਬ ਕਰਦੇ ਹੋ। ਆਪਣੇ ਜੀਵਨ ਦੇ ਵਿੱਚ ਚਿੰਤਾ ਕਲੇਸ਼ ਲੜਾਈ ਝਗੜੇ ਦੁੱਖ ਪੈਦਾ ਹੁੰਦੇ ਨੇ ਤੁਹਾਡੇ ਜੀਵਨ 'ਚ। ਇਹਨਾਂ ਤੋਂ ਨਿਪਟਾਰਾ ਬੁਰਾਈਆਂ ਤੋਂ ਵਿਕਾਰਾਂ ਤੋਂ ਤੁਹਾਡਾ ਜੀਵਨ ਕਦੇ ਇਸ ਤਰ੍ਹਾਂ ਮੁਕਤ ਨਹੀਂ ਹੋ ਸਕਦਾ ਜਿੰਨਾ ਚਿਰ ਤੁਸੀਂ ਸ਼ਬਦ ਗੁਰੂ ਦੀ ਸ਼ਰਨ ਵਿੱਚ ਆ ਕੇ ਰੱਬੀ ਗੁਣਾਂ ਦੀ ਸਿਫਤ ਸਲਾਹ ਨਹੀਂ ਕਰਦੇ, ਜਿੰਨਾ ਚਿਰ ਤੁਸੀਂ ਆਪਣੇ ਜੀਵਨ ਅੰਦਰ ਚੰਗੇ ਕੰਮ ਨਹੀਂ ਕਰਦੇ, ਸੋਹਣੇ ਕੰਮ ਨਹੀਂ ਕਰਦੇ, ਉਨਾ ਚਿਰ ਤੁਹਾਡਾ ਜੀਵਨ ਬੁਰਾਈਆਂ ਵਿਕਾਰਾਂ ਇਹਨਾਂ ਤੋਂ ਰਹਿਤ ਨਹੀਂ ਹੋ ਸਕਦਾ। ਉਨਾ ਚਿਰ ਸਾਡੇ ਜੀਵਨ 'ਚ ਆਨੰਦ ਖੇੜਾ ਨਹੀਂ ਆ ਸਕਦਾ। ਨਹੀਂ ਤਾਂ ਸੰਸਾਰ ਅੰਦਰ ਜਿੰਨੇ ਮਰਜ਼ੀ ਕਰਮ ਕਰੀ ਜਾਓ, ਸਤਿਗੁਰ ਦੀ ਬਾਣੀ ਸਾਨੂੰ ਹਮੇਸ਼ਾ ਹੀ ਸਹੀ ਰਾਹ ਉੱਤੇ ਚੱਲਣ ਵਾਸਤੇ ਉਪਦੇਸ਼ ਕਰਦੀ ਆ। ਪਰ ਅਸੀਂ ਚਾਹੁੰਦੇ ਨਹੀਂ ਆਪਣੇ ਜੀਵਨ ਦੇ ਵਿੱਚ ਕਿ ਅਸੀਂ ਆਪਣੇ ਜੀਵਨ ਨੂੰ ਸੁਧਾਰ ਲਈਏ, ਅਸੀਂ ਇਹਨਾਂ ਪਖੰਡਾਂ ਵਹਿਮਾਂ ਭਰਮਾਂ ਦਾ ਖਹਿੜਾ ਛੱਡ ਦਈਏ। ਅਸੀਂ ਹਰ ਰੋਜ਼ ਸਤਿਗੁਰੂ ਦੀ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਇਹਨਾਂ ਵਹਿਮਾਂ ਭਰਮਾਂ ਪਖੰਡ ਕਰਨ ਵਾਲਿਆਂ ਤੇ ਪਖੰਡ ਦਾ ਪ੍ਰਚਾਰ ਕਰਨ ਵਾਲਿਆਂ ਦੇ ਵਿਰੋਧੇ ਡਟ ਕੇ ਬੋਲਦੇ ਹਾਂ। ਪਰ ਸਾਨੂੰ ਕੋਈ ਵੀ ਇਹੋ ਜਿਹਾ ਸ਼ਰਾਪ ਨਹੀਂ ਲੱਗਾ, ਨਾ ਸਾਨੂੰ ਇਹ ਕੋਈ ਮੰਤਰ ਮਾਰ ਸਕਦੇ ਆ, ਨਾ ਕੋਈ ਇਹ ਸਾਡਾ ਕੁਝ ਵਿਗਾੜ ਸਕਦੇ ਆ, ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ ਹੈ, ਇਹਨਾਂ ਦੇ ਆਪਣੇ ਪੱਲੇ ਕੁਝ ਨਹੀਂ ਹੈ। ਜਿਸ ਕਰਕੇ ਗੁਰੂ ਪਿਆਰ ਵਾਲਿਓ, ਵਹਿਮ ਭਰਮ ਪਖੰਡ ਦਾ ਪ੍ਰਚਾਰ ਕਰਨ ਵਾਲੇ ਲੋਕ ਜਿਹੜੇ ਸਾਨੂੰ ਇਹਨਾਂ ਪਖੰਡਾਂ ਵਿੱਚ ਪਾਉਂਦੇ ਨੇ, ਉਹ ਸਾਨੂੰ ਲੁੱਟ ਕੇ ਆਪਣਾ ਘਰ ਭਰ ਲੈਂਦੇ ਨੇ ਪਰ ਸਾਨੂੰ ਖਾਲੀ ਕਰ ਦਿੰਦੇ ਨੇ। ਅਸੀਂ ਉਹਨਾਂ ਲੋਕਾਂ ਨੂੰ ਅਮੀਰ ਕਰ ਦਿੰਦੇ ਨੇ, ਆਪ ਗਰੀਬ ਹੋ ਜਾਂਦੇ ਹਾਂ। ਤੇ ਗੁਰੂ ਪਿਆਰ ਵਾਲਿਓ, ਅਸਲ ਵਿੱਚ ਇੱਕੋ ਪਰਿਵਾਰ ਦੇ ਕੀ ਹੁੰਦਾ ਕਿ ਇੱਕ ਪਰਿਵਾਰ ਦੇ ਦੋ ਜੀ ਜਿਹੜੇ ਕੋਈ ਕਿਸੇ ਪਾਸੇ ਜਾ ਰਿਹਾ, ਕੋਈ ਕਿਸੇ ਪਾਸੇ, ਕਿਸੇ ਬਾਬੇ ਕੋਲ ਜਾ ਰਿਹਾ ਪੁੱਛਣਾ ਲੈਣ, ਕੋਈ ਕਿਸੇ ਬਾਬੇ ਕੋਲ ਜਾ ਰਿਹਾ।
ਹੁਣ ਇੱਕੋ ਪਰਿਵਾਰ ਦੇ ਦੋ ਜੀ ਜਾਂਦੇ ਆ ਵੱਖੋ ਵੱਖਰੇ ਬਾਬੇ ਦੇ ਕੋਲ, ਪਖੰਡ ਕਰਨ ਵਾਲੇ ਦੇ ਕੋਲ, ਉਹ ਉਹਨੂੰ ਦੂਸਰੀ ਵਿਧੀ ਦੱਸਦਾ, ਉਹ ਉਹਨੂੰ ਦੂਸਰੀ ਵਿਧੀ ਦੱਸਦਾ ਆ। ਕਈ ਵਾਰੀ ਉਹ ਜਿਹੜੇ ਸਾਨੂੰ ਆਪਸ ਵਿੱਚ ਲੜਾ ਦਿੰਦੇ ਕਿ ਭਾਈ ਤੇਰਾ ਭਰਾ ਤੇਰੇ ਤੇ ਟੂਣਾ ਕਰਦਾ ਆ, ਤੇਰੀ ਸੱਸ ਤੇਰੇ ਤੇ ਟੂਣਾ ਕਰਦੀ ਆ, ਤੇਰੀ ਨੂੰਹ ਤੇਰੇ ਤੇ ਟੂਣਾ ਕਰ ਰਹੀ ਆ। ਫਿਰ ਦੋਵੇਂ ਸੱਸ ਤੇ ਜਿਹੜੀ ਆ ਨੂੰਹ ਆਪਸ ਵਿੱਚ ਲੜਦੀਆਂ ਰਹਿੰਦੀਆਂ, ਉਹ ਇੱਕ ਦੂਜੇ ਦੇ ਟੂਣੇ ਕਰਦੀਆਂ ਰਹਿੰਦੀਆਂ। ਉਹ ਦੋਨਾਂ ਨੂੰ ਆਪਸ ਵਿੱਚ ਲੜਾ ਦਿੰਦਾ ਆ ਪਖੰਡ ਕਰਨ ਵਾਲਾ ਤੇ ਗੁਰੂ ਪਿਆਰ ਵਾਲਿਓ ਜਿਹੜਾ ਪਖੰਡ ਸਾਨੂੰ ਕਰਾਉਂਦਾ ਆ ਜਾਂ ਕਰਵਾਉਂਦਾ, ਉਹ ਜਿਹੜਾ ਸਾਨੂੰ ਦੋਵਾਂ ਨੂੰ ਲੁੱਟ ਲੈਂਦਾ ਆ। ਉਹ ਆਪ ਖੁਸ਼ ਰਹਿੰਦਾ, ਕਿਉਂਕਿ ਜਿੰਨਾ ਚਿਰ ਉਹ ਸੱਸ ਨੂੰ ਆਪਸ ਵਿੱਚ ਲੜਦੀਆਂ ਰਹਿਣਗੀਆਂ, ਟੂਣੇ ਟੱਪੇ ਕਰਦੀਆਂ ਰਹਿਣਗੀਆਂ, ਉਨਾ ਚਿਰ ਉਹਨਾਂ ਦਾ ਰੋਜੀ ਰੋਟੀ ਚੱਲੀ ਜਾਣਾ ਆ। ਤੇ ਜਦੋਂ ਉਹਨਾਂ ਨੇ ਲੋਕਾਂ ਨੂੰ ਸਹੀ ਗੱਲ ਦੱਸਣੀ ਸ਼ੁਰੂ ਕਰ ਦਿੱਤੀ ਨਾ, ਉਹਨਾਂ ਨੂੰ ਪਤਾ ਕਿ ਸਾਡੀ ਰੋਜੀ ਰੋਟੀ ਬੰਦ ਹੋ ਜਾਣੀ ਆ। ਇਹ ਪਖੰਡ ਦੇ ਸਿਰ ਤੇ ਹੀ ਸਾਡਾ ਘਰ-ਬਾਰ ਚੱਲਦਾ ਆ, ਪਖੰਡ ਦੇ ਸਿਰ ਤੇ ਹੀ ਸਾਡਾ ਢਿੱਡ ਭਰਦਾ ਆ। ਇਸ ਕਰਕੇ ਉਹ ਲੋਕ ਕਦੇ ਵੀ ਨਹੀਂ ਚਾਹੁੰਦੇ ਕਿ ਦੁਨੀਆ ਦੇ ਲੋਕ, ਇਹ ਸੰਸਾਰ ਦੇ ਲੋਕ ਪਖੰਡਾਂ ਵਹਿਮਾਂ ਭਰਮਾਂ ਵਿੱਚੋਂ ਨਿਕਲਣ ਤੇ ਅਸੀਂ ਮਿਹਨਤ ਕਰੀਏ। ਉਹ ਲੋਕ ਮਿਹਨਤ ਨਹੀਂ ਕਰਨਾ ਚਾਹੁੰਦੇ, ਵਿਹਲੇ ਰਹਿ ਕੇ ਉਹ ਖਾਣਾ ਚਾਹੁੰਦੇ ਨੇ, ਢਿੱਡ ਭਰਨਾ ਚਾਹੁੰਦੇ ਨੇ। ਤੇ ਸਾਡੇ ਸਿਰ ਤੇ ਉਹ ਢਿੱਡ ਭਰਦੇ ਆ ਸਾਰੀ ਉਮਰ, ਸਾਨੂੰ ਪਖੰਡਾਂ ਵਿੱਚ ਪਾ ਕੇ, ਵਹਿਮਾਂ ਭਰਮਾਂ ਵਿੱਚ ਪਾ ਕੇ। ਤੇ ਗੁਰੂ ਪਿਆਰ ਵਾਲੇ ਸਾਨੂੰ ਇੱਕ ਦੂਜੇ ਦੇ ਖਿਲਾਫ ਭੜਕਾ ਦਿੰਦੇ ਕਿ ਭਾਈ ਤੇਰੇ ਗੁਆਂਢੀਆਂ ਨੇ ਤੇਰੇ ਤੇ ਟੂਣਾ ਕੀਤਾ ਆ, ਤੇਰੀ ਗੁਆਂਢੀਆਂ ਨੇ ਤੇਰੇ ਤੇ ਕੋਈ ਮੰਤਰ ਮਾਰਿਆ, ਕੋਈ ਤਵੀਤ ਕਰਾ ਕੇ ਲਿਆਂਦਾ ਆ, ਜਿਸ ਕਰਕੇ ਅਸੀਂ ਗੁਆਂਢੀਆਂ ਦੇ ਨਾਲ ਆਪਣਿਆਂ ਨਾਲ ਹੀ ਲੜਦੇ ਝਗੜਦੇ ਰਹਿੰਦੇ ਆ। ਤੇ ਅਗਲੇ ਲੋਕ ਪਖੰਡ ਕਰਨ ਵਾਲੇ, ਸਾਨੂੰ ਪਖੰਡਾਂ ਤੋਂ ਫਸਾਉਣ ਵਾਲੇ, ਅਗਲੇ ਆਪ ਸਭ ਕੁਝ ਲੁੱਟ ਕੇ ਲੈ ਜਾਂਦੇ ਆ ਤੇ ਵਧੀਆ ਵਧੀਆ ਘਰਾਂ ਵਿੱਚ ਰਹਿੰਦੇ ਆ। ਤੇ ਗੁਰੂ ਪਿਆਰ ਵਾਲੇ ਸਤਿਗੁਰੂ ਜੀ ਨੇ ਸਾਨੂੰ ਇਹਨਾਂ ਪਖੰਡ ਕਰਨ ਵਾਲਿਆਂ ਤੋਂ ਵਰਜਿਆ ਆ। ਮਾਲਕ ਜੀ ਕਹਿੰਦੇ ਨੇ ਜਿੰਨੇ ਮਰਜੀ ਜੀਵਨ 'ਚ ਪਖੰਡ ਕਰ, ਪਰ ਤੇਰਾ ਕਹਿੰਦੇ ਪਾਰ ਉਤਾਰਾ, ਤੇਰੇ ਜੀਵਨ 'ਚ ਸ਼ਾਂਤੀ, ਸੁੱਖ, ਆਨੰਦ ਇਸ ਤਰ੍ਹਾਂ ਕਦੇ ਵੀ ਪੈਦਾ ਨਹੀਂ ਹੋਣਾ। ਗੁਰੂ ਪਿਆਰ ਵਾਲਿਓ, ਜੇਕਰ ਇਹਨਾਂ ਚੀਜ਼ਾਂ ਦੇ ਨਾਲ ਸਾਡੇ ਘਰ 'ਚ ਸੁੱਖ ਆਉਂਦਾ ਹੋਵੇ ਤੇ ਗੁਰੂ ਪਿਆਰ ਵਾਲਿਓ ਜੇ ਇਹਨਾਂ ਚੀਜ਼ਾਂ ਦੇ ਨਾਲ ਸਾਡੇ ਘਰ ਦੇ ਵਿੱਚ ਆਨੰਦ ਖੇੜਾ ਆਉਂਦਾ ਹੋਵੇ, ਫਿਰ ਜਿਹੜੇ ਪਖੰਡ ਕਰਨ ਵਾਲੇ ਸਭ ਤੋਂ ਪਹਿਲਾਂ ਸੁਖੀ ਇਹ ਹੋਣਗੇ, ਜਿਹੜੇ ਇਹ ਵਹਿਮ ਭਰਮ ਕਰਨ ਵਾਲੇ ਸਭ ਤੋਂ ਪਹਿਲਾਂ ਸੁਖੀ ਇਹ ਹੋਣਗੇ। ਜਿਹੜੇ ਲੋਕ ਸਾਡੇ ਭਵਿੱਖ ਬਾਰੇ ਦੱਸਦੇ ਆ ਕਿ ਭਾਈ ਤੁਹਾਡੇ ਭਵਿੱਖ ਵਿੱਚ ਇਹ ਹੋਣਾ, ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਆਹ ਕੁਝ ਹੋਵੇਗਾ, ਤੇ ਗੁਰੂ ਪਿਆਰ ਵਾਲਿਓ ਅਸਲ ਵਿੱਚ ਉਹਨਾਂ ਲੋਕਾਂ ਨੂੰ ਆਪਣੇ ਭਵਿੱਖ ਬਾਰੇ ਨਹੀਂ ਪਤਾ ਹੁੰਦਾ ਕਿ ਸਾਡੇ ਆਉਣ ਵਾਲੇ ਭਵਿੱਖ ਵਿੱਚ ਸਾਡੇ ਨਾਲ ਕੀ ਹੋਣਾ ਆ। ਸਾਡਾ ਜਿਹੜਾ ਆਉਣ ਵਾਲਾ ਭਵਿੱਖ ਹੈ, ਆਉਣ ਵਾਲਾ ਸਮਾਂ ਇਹਨਾਂ ਲੋਕਾਂ ਦੇ ਹੱਥ ਵਿੱਚ ਨਹੀਂ ਹੈ। ਆਉਣ ਵਾਲਾ ਸਮਾਂ ਚੰਗਾ ਬਣਾਉਣਾ, ਮਾੜਾ ਬਣਾਉਣਾ, ਇਹ ਸਾਡੇ ਹੱਥ ਵਿੱਚ ਹੈ। ਹੁਣ ਜਿਸ ਮਨੁੱਖ ਨੇ ਇਸ ਚੱਲ ਰਹੇ ਸਮੇਂ ਵਿੱਚ, ਇਸ ਵਰਤਮਾਨ ਸਮੇਂ ਵਿੱਚ, ਇਸ ਪ੍ਰੈਜ਼ੈਂਟ ਸਮੇਂ ਦੇ ਵਿੱਚ ਜਿਹਨੇ ਮਿਹਨਤ ਕਰ ਲਈ, ਉਹਦਾ ਭਵਿੱਖ ਤਾਂ ਆਪਣੇ ਆਪ ਹੀ ਸੋਹਣਾ ਬਣ ਜਾਣਾ ਆ। ਜਿਸ ਬੰਦੇ ਨੇ ਹੁਣ ਮਿਹਨਤ ਨਹੀਂ ਕੀਤੀ, ਜਿਹੜੀ ਉਮਰ ਮਿਹਨਤ ਕਰਨ ਦੀ ਆ, ਪੜ੍ਹਾਈ ਕਰਨ ਦੀ ਆ, ਉਸ ਸਮੇਂ ਮਿਹਨਤ ਪੜ੍ਹਾਈ ਨਹੀਂ ਕੀਤੀ, ਤੇ ਆਉਣ ਵਾਲਾ ਭਵਿੱਖ ਤਾਂ ਆਪਣੇ ਆਪ ਹੀ ਉਹਦਾ ਮਾੜਾ ਹੋਣਾ ਆ। ਤੇ ਅਸਲ ਵਿੱਚ ਸਾਡਾ ਜੀਵਨ ਜਿਹੜਾ ਸਿਰਫ ਇਹਨਾਂ ਲੋਕਾਂ ਦੇ ਹੀ ਆਸਰੇ, ਇਹ ਸਾਡੇ ਆਸਰੇ ਜੀਂਦੇ ਆ ਪਖੰਡ ਕਰਨ ਵਾਲੇ, ਤੇ ਜਿਹੜੇ ਪਖੰਡ ਕਰਦੇ ਆ ਉਹ ਉਹਨਾਂ ਦੇ ਆਸਰੇ ਜੀ ਰਹੇ ਆ। ਮਾਲਕ ਜੀ ਕਹਿੰਦੇ ਨੇ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੋ ਸਾਨੂੰ ਉਪਦੇਸ਼ ਅਗਲੇਰੇ ਬੰਦਾਂ ਵਿੱਚ ਦੇ ਰਹੇ ਨਾ, ਮਾਲਕ ਜੀ ਨੇ ਜਿੱਥੇ ਸਾਨੂੰ ਬਿਮਾਰੀ ਬਾਰੇ ਦੱਸਿਆ ਉੱਥੇ ਇਲਾਜ ਵੀ ਦੱਸਿਆ ਆ। ਇਹ ਨਹੀਂ ਕਿ ਕੇਵਲ ਬਿਮਾਰੀ ਬਾਰੇ ਦੱਸ ਦਿੱਤਾ, ਸਾਨੂੰ ਇਲਾਜ ਨਾ ਦੱਸਿਆ ਹੋਵੇ। ਰਵਿਦਾਸ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਤੇਰਾ ਜੀਵਨ ਬਦਲ ਸਕਦਾ ਆ, ਤੇਰਾ ਜੀਵਨ ਸਫਲ ਹੋ ਸਕਦਾ ਆ, ਤੇਰਾ ਜੀਵਨ ਵਿਕਾਰਾਂ ਤੋਂ, ਬੁਰਾਈਆਂ ਤੋਂ ਬਚ ਸਕਦਾ ਆ, ਪਰ ਇਹ ਕਰਮ ਕਾਂਡ ਪਖੰਡ ਕਰਨ ਦੇ ਨਾਲ ਕੁਝ ਨਹੀਂ ਹੋਣਾ। ਮਾਲਕ ਜੀ ਬਚਨ ਕਰਦੇ ਨੇ ਅਗਲੇਰੇ ਬੰਦ ਵਿੱਚ, ਰੱਬ ਪ੍ਰਕਾਸ਼ ਰਜਨੀ ਜਥਾ ਗਤ। ਰੱਬ ਦਾ ਅਰਥ ਹੁੰਦਾ ਆ ਸੂਰਜ, ਰਜਨੀ, ਰਜਨੀ ਦਾ ਅਰਥ ਕੀ ਆ? ਰੈਣ, ਰਾਤ। ਮਾਲਕ ਜੀ ਕਹਿੰਦੇ ਨੇ ਸਾਰਾ ਸੰਸਾਰ ਇਹ ਗੱਲ ਜਾਣਦਾ ਆ ਕਿ ਜਦੋਂ ਸੂਰਜ ਚੜ੍ਹਦਾ ਆ ਤੇ ਕਿਵੇਂ ਰਾਤ ਦਾ ਹਨੇਰਾ ਕਹਿੰਦੇ ਦੂਰ ਹੋ ਜਾਂਦਾ ਆ। ਅਸੀਂ ਇਹ ਸਾਰੀ ਗੱਲ ਜਾਣਦੇ ਹਾਂ ਕਿ ਜੇ ਸੂਰਜ ਚੜ੍ਹਨਾ ਆ ਤੇ ਰਾਤ ਦਾ ਹਨੇਰਾ ਆਪਣੇ ਆਪ ਹੀ ਗਾਇਬ ਹੋ ਜਾਂਦਾ ਆ।
ਇਸੇ ਤਰ੍ਹਾਂ ਹੀ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਗੁਰੂ ਦੇ ਗਿਆਨ ਦਾ ਚਾਨਣ ਚੜ੍ਹ ਜਾਂਦਾ ਹੈ, ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਨਾ, ਉਹਦੇ ਜੀਵਨ ਦੇ ਵਿੱਚੋਂ ਵੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਆ। ਪਰ ਜੇਕਰ ਉਹ ਗੁਰੂ ਦੀ ਮੱਤ ਦੇ ਮੁਤਾਬਕ ਚੱਲੇ, ਜੇ ਗੁਰੂ ਦੀ ਸਮਝ ਲੈਣਾ ਚਾਹਵੇ, ਫਿਰ ਉਹਦੇ ਜੀਵਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਆ, ਫਿਰ ਜੀਵਨ 'ਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਆ। ਅੱਗੇ ਬਚਨ ਕਰਦੇ ਨੇ, ਪਾਰਸ ਮਾਨੋ ਤਾਂਬੋ ਛੂਏ ਕਨਕ ਹੋਤ ਨਹੀਂ ਬਾਰ। ਕਨਕ ਦਾ ਅਰਥ ਹੁੰਦਾ ਸੋਨਾ। ਮਾਲਕ ਜੀ ਕਹਿੰਦੇ ਇਹ ਗੱਲ ਵੀ ਚੇਤੇ ਰੱਖਣ ਵਾਲੀ ਆ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿੱਚ ਚਿਰ ਨਹੀਂ ਲੱਗਦਾ। ਪਾਰਸ ਜਿਹੜਾ ਸ਼ਬਦ ਆ, ਇਹ ਪਾਰਸ ਕਹਿੰਦੇ ਇੱਕ ਪੱਥਰ ਹੈ। ਗ੍ਰੰਥਾਂ ਦੇ ਵਿੱਚ, ਹੋਰ ਧਾਰਮਿਕ ਪੁਸਤਕਾਂ ਦੇ ਵਿੱਚ ਇਹਦੀ ਬੜੀ ਉਦਾਹਰਨ ਵਰਤੀ ਗਈ ਆ। ਪਾਰਸ ਕਹਿੰਦੇ ਇੱਕ ਇਹੋ ਜਿਹਾ ਪੱਥਰ ਹੈ, ਜੇਕਰ ਉਹਨੂੰ ਲੋਹੇ ਦੇ ਨਾਲ, ਤਾਂਬੇ ਦੇ ਨਾਲ ਛੁਹਾ ਦਈਏ, ਕਹਿੰਦੇ ਉਹ ਸੋਨਾ ਬਣਨ ਵਿੱਚ ਕਹਿੰਦੇ ਚਿਰ ਨਹੀਂ ਲੱਗਦਾ, ਉਹ ਸੋਨਾ ਬਣ ਜਾਂਦਾ ਆ। ਹੈ ਜਾਂ ਨਹੀਂ ਹੈ ਇਹਦੇ ਬਾਰੇ ਨਹੀਂ ਅਸੀਂ ਸੋਚਣਾ। ਸਤਿਗੁਰ ਨੇ ਸਾਨੂੰ ਇੱਕ ਸਿੱਖਿਆ ਦਿੱਤੀ ਹੈ, ਇੱਕ ਸਮਝ ਦਿੱਤੀ ਆ। ਮਾਲਕ ਜੀ ਕਹਿੰਦੇ ਨੇ ਜਿਵੇਂ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਹਦੇ ਸੋਨਾ ਬਣਨ ਵਿੱਚ ਚਿਰ ਨਹੀਂ ਲੱਗਦਾ, ਸਮਾਂ ਨਹੀਂ ਲੱਗਦਾ, ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਆ, ਕਹਿੰਦੇ ਉਹਦਾ ਜੀਵਨ ਵੀ ਸੋਨੇ ਵਰਗਾ ਕੀਮਤੀ ਬਣ ਜਾਂਦਾ ਆ। ਪਾਤਸ਼ਾਹੀ ਦਾ ਬਚਨ ਆ, ਮਾਲਕ ਜੀ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਣਾ ਆ, ਇੱਕ ਵਾਰੀ ਨਹੀਂ 100 ਵਾਰੀ, ਕਿਉਂਕਿ ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ, ਕਹਿੰਦੇ ਜਿਸ ਗੁਰੂ ਨੇ, ਮਾਨਸ ਦਾ ਅਰਥ ਕੀ ਹੁੰਦਾ? ਮਨੁੱਖ, ਤੇ ਦੇਵਤੇ, ਕਹਿੰਦੇ ਜਿਸ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾਉਣ ਵਿੱਚ ਸਮਾਂ ਨਹੀਂ ਲਾਇਆ। ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਸਾਡੇ ਜੀਵਨ ਨੂੰ, ਸਾਡਾ ਜੀਵਨ ਮਨੁੱਖਾਂ ਵਾਲਾ ਨਾ, ਮਾਲਕ ਜੀ ਸਾਡੇ ਜੀਵਨ ਦੇ ਵਿੱਚ ਗੁਣ ਭਰ ਕੇ ਸਾਡਾ ਜੀਵਨ ਜਦੋਂ ਗੁਰੂ ਵਾਲਾ ਬਣ ਜਾਂਦਾ ਆ, ਗੁਣਾਂ ਵਾਲਾ ਬਣ ਜਾਂਦਾ, ਫਿਰ ਸਾਡਾ ਜੀਵਨ ਦੇਵਤਿਆਂ ਵਰਗਾ ਬਣ ਜਾਂਦਾ ਆ। ਸਾਡੇ ਜੀਵਨ 'ਚ ਦੈਵੀ ਗੁਣ ਆ ਜਾਂਦੇ। ਦੈਵੀ ਗੁਣ ਕੀ ਆ? ਸਤ, ਸੰਤੋਖ, ਦਇਆ, ਧਰਮ, ਧੀਰਜ। ਅਸਲ ਵਿੱਚ ਅਸੀਂ ਆਪਣੇ ਜੀਵਨ ਨੂੰ ਹੀ ਦੇਵਤਾ ਬਣਾਉਣਾ ਆ। ਕਈ ਵਾਰੀ ਅਸੀਂ ਇਹ ਗੱਲ ਕਹਿ ਦਿੰਦੇ ਨਾ ਕਿ ਭਾਈ ਆਹ ਬੰਦਾ ਤਾਂ ਬਿਲਕੁਲ ਦੇਵਤਿਆਂ ਵਰਗਾ ਆ। ਹੁਣ ਜੇ ਕੋਈ ਭਲਾ ਕਰਦਾ ਸਾਡਾ, ਜਾਂ ਅਸੀਂ ਸਮਾਜ ਵਿੱਚ ਕਿਸੇ ਨੂੰ ਭਲਾ ਕਰਦਾ, ਚੰਗੇ ਕੰਮ ਕਰਦੇ ਵੇਖਦੇ ਕਿ ਆਹ ਬੰਦਾ ਤਾਂ ਬਿਲਕੁਲ ਦੇਵਤਿਆਂ ਵਰਗਾ ਆ, ਭਾਵ ਕਿ ਉਹ ਦੇਵਤਾ ਅਸਲ ਵਿੱਚ ਉਹਦੇ ਵਿੱਚ ਗੁਣ ਨੇ, ਉਹਦੇ ਵਿੱਚ ਚੰਗਿਆਈ ਵਾਲੇ ਗੁਣ ਨੇ, ਉੱਚੇ ਗੁਣ ਨੇ, ਸਮਝ ਵਾਲੇ ਗੁਣ ਨੇ, ਭਲੇ ਵਾਲੇ ਗੁਣ ਨੇ। ਮਾਲਕ ਜੀ ਸਾਨੂੰ ਮਨੁੱਖਾਂ ਤੋਂ, ਸਤਿਗੁਰੂ ਜੀ ਸਾਨੂੰ ਮਨੁੱਖਾਂ ਤੋਂ ਦੇਵਤੇ ਬਣਾ ਦਿੰਦੇ ਆ, ਤੇ ਦੇਵਤੇ ਬਣਾਉਣ ਵਿੱਚ ਸਾਡਾ ਜੀਵਨ ਦਾ ਸਮਾਂ ਨਹੀਂ ਲੱਗਦਾ, ਸਾਡਾ ਜੀਵਨ ਬਦਲ ਜਾਂਦਾ। ਹੁਣ ਮਾਲਕ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ, ਕਹਿੰਦੇ ਜਿਵੇਂ ਤਾਂਬੇ ਦੇ ਪਾਰਸ ਨਾਲ ਛੋਹਿਆਂ ਸੋਨਾ ਬਣ ਜਾਂਦਾ ਆ, ਇਸੇ ਤਰ੍ਹਾਂ ਮਾਲਕ ਜੀ ਕਹਿੰਦੇ ਨੇ ਗੁਰੂ ਵੀ ਆ। ਗੁਰੂ ਕੀ ਆ? ਪਾਰਸ। ਮਾਲਕ ਕਹਿੰਦੇ ਗੁਰ ਪਾਰਸ ਹਮ ਲੋ, ਕਹਿੰਦੇ ਗੁਰੂ ਜਿਹੜਾ, ਗੁਰੂ ਦੇ ਕੋਲ ਪਾਰਸ ਹੈ, ਅਸੀਂ ਜੀਵ ਕੀਆਂ ਲੋਹਾ। ਮਿਲ ਕੰਚਨ ਹੋਇਆ ਰਾਮ, ਕਦੇ ਜਿਵੇਂ ਲੋਹੇ ਨੂੰ ਮਿਲ ਕੇ ਸੋਨਾ ਹੋ ਜਾਂਦਾ ਹੈ, ਲੋਹੇ ਨੂੰ ਮਿਲ ਕੇ ਪਾਰਸ ਜਿਹੜਾ ਨਾ, ਜਦੋਂ ਲੋਹਾ ਪਾਰਸ ਨੂੰ ਮਿਲ ਜਾਵੇ, ਪਾਰਸ ਨਾਲ ਟੱਚ ਹੋ ਜਾਵੇ, ਕਹਿੰਦੇ ਸੋਨਾ ਬਣ ਜਾਂਦਾ। ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਦਾ ਜੀਵਨ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ, ਉਹਦਾ ਜੀਵਨ ਵੀ ਸੋਨੇ ਵਰਗਾ ਬਣ ਜਾਂਦਾ ਹੈ, ਉਹਦਾ ਜੀਵਨ ਵੀ ਸੋਨੇ ਵਰਗਾ ਕੀਮਤੀ ਬਣ ਜਾਂਦਾ। ਸੋਨੇ ਵਰਗਾ ਜੀਵਨ ਭਾਵ ਕਿ ਜਿਸ ਤਰ੍ਹਾਂ ਸੋਨੇ ਦੀ ਬੜੀ ਕੀਮਤ ਹੈ, ਜਿਹੜਾ ਸੋਨਾ ਹੁੰਦਾ ਨਾ, ਹਰੇਕ ਮਨੁੱਖ ਸਾਂਭ ਕੇ ਰੱਖਦਾ ਹੈ। ਸੋਨੇ ਦਾ ਜੇਕਰ ਕਤਰਾ ਵੀ ਘਰ ਵਿੱਚ ਪਿਆ ਹੋਵੇ, ਉਹਨੂੰ ਵੀ ਸਾਂਭ ਕੇ ਰੱਖਦਾ ਆ। ਜਿਹੜਾ ਸੁਨਿਆਰਾ ਹੁੰਦਾ ਨਾ, ਉਹ ਹਮੇਸ਼ਾ ਹੀ ਆਪਣੀ ਦੁਕਾਨ ਦੇ ਵਿੱਚ ਜਦੋਂ ਝਾੜੂ ਮਾਰਦਾ ਨਾ, ਉਹ ਬਾਹਰੋਂ ਅੰਦਰ ਨੂੰ ਮਾਰਦਾ ਆ, ਕਦੇ ਵੀ ਅੰਦਰੋਂ ਬਾਹਰ ਨੂੰ ਨਹੀਂ ਮਾਰਦਾ। ਉਹਦਾ ਕਾਰਨ ਕੀ ਆ? ਕਿਉਂਕਿ ਜਦੋਂ ਉਹ ਝਾੜੂ ਦੁਕਾਨ ਤੋਂ ਅੰਦਰ ਨੂੰ ਮਾਰੇਗਾ, ਉਹਨੂੰ ਪਤਾ ਕਿ ਇਹਦੇ ਵਿੱਚ ਕੋਈ ਨਾ ਕੋਈ ਸੋਨੇ ਦਾ ਕਤਰਾ, ਕੋਈ ਨਾ ਕੋਈ ਸੋਨੇ ਦੀ ਜਿਹੜੀ ਦੇ ਵਿੱਚ ਚੀਜ਼ ਪਈ ਹੋਵੇਗੀ, ਉਹ ਬਾਅਦ ਵਿੱਚ ਉਹਦੇ ਵਿੱਚੋਂ ਕੱਢ ਲਵੇਗਾ। ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਝਾੜੂ ਮਾਰਦੇ ਆ, ਘਰ ਤੋਂ ਬਾਹਰ ਨੂੰ ਮਾਰਦੇ ਆ, ਦਰਵਾਜ਼ੇ ਤੋਂ ਬਾਹਰ ਨੂੰ ਮਾਰਦੇ ਆ, ਇਸੇ ਤਰ੍ਹਾਂ ਸੁਨਿਆਰਾ ਜਿਹੜਾ ਅੰਦਰ ਨੂੰ ਮਾਰਦਾ ਆ, ਕਿਉਂਕਿ ਉਹਨੂੰ ਪਤਾ ਕਿ ਕੰਮ ਕਰਦਿਆਂ ਕੋਈ ਨਾ ਕੋਈ ਸੋਨੇ ਦਾ ਨਿੱਕਾ ਕਿਣਕਾ ਕਤਰਾ ਕੋਈ ਡਿੱਗਿਆ ਹੋਵੇਗਾ,
ਬੜਾ ਕੀਮਤੀ ਆ। ਇਸੇ ਤਰ੍ਹਾਂ ਮਾਲਕ ਜੀ ਕਹਿੰਦੇ ਨੇ ਜਦੋਂ ਸਾਡਾ ਜੀਵਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਨਾ, ਸਾਡਾ ਜੀਵਨ ਵੀ ਸੋਨੇ ਵਰਗਾ ਕੀਮਤੀ ਬਣ ਜਾਵੇਗਾ। ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ। ਮਾਲਕ ਜੀ ਕਹਿੰਦੇ ਨੇ ਗੁਰੂ ਦੇ ਰਾਹੀਂ ਪਰਮਾਤਮਾ ਦੀ ਜੋਤ ਵਿੱਚ ਜਦੋਂ ਸਾਡੀ ਜੋਤ ਮਾਲਕ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਆ, ਮਿਲ ਜਾਂਦੀ ਆ, ਮਾਲਕ ਜੀ ਕਹਿੰਦੇ ਇਹ ਸਰੀਰ ਰੂਪੀ ਕਿਲਾ ਕਹਿੰਦੇ ਸੁੰਦਰ ਬਣ ਜਾਂਦਾ ਹੈ। ਇਹ ਸਾਡਾ ਜਿਹੜਾ ਸਰੀਰ ਰੂਪੀ ਕਿਲਾ ਆ ਇਹ ਕਹਿੰਦੇ ਸੁੰਦਰ ਬਣ ਜਾਂਦਾ ਆ। ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ, ਕਿਉਂ ਸਾਸ ਗਿਰਾਸ ਵਿਸਾਰੀਏ। ਮਾਲਕ ਜੀ ਕਹਿੰਦੇ ਨੇ ਜਦੋਂ ਮੇਰੇ ਪ੍ਰਭੂ ਨੇ ਆਪਣੇ ਪ੍ਰੇਮ ਵਿੱਚ ਜੋੜ ਕੇ ਮੇਰਾ ਸਰੀਰ ਰੂਪੀ ਕਿਲਾ ਸੋਹਣਾ ਹੋ ਜਾਂਦਾ ਆ, ਮਾਲਕ ਜੀ ਕਹਿੰਦੇ ਫਿਰ ਮੈਂ ਹਰ ਵਕਤ ਉਸ ਮਾਲਕ ਨੂੰ ਚੇਤਾ ਰੱਖਦਾ ਆ, ਉਹਦੀ ਵਡਿਆਈ ਕਰਦਾ ਆ, ਸਿਫਤ ਸਲਾਹ ਕਰਦਾ, ਕਿਉਂਕਿ ਉਹਨੇ ਮੇਰਾ ਜੀਵਨ ਸਵਾਰ ਦਿੱਤਾ, ਮੇਰਾ ਜੀਵਨ ਸੋਹਣਾ ਬਣਾ ਦਿੱਤਾ। ਜਿਵੇਂ ਕੋਈ ਸਾਡੇ 'ਤੇ ਪਰਉਪਕਾਰ ਕਰੇ, ਸਾਡਾ ਭਲਾ ਕਰੇ, ਤੇ ਅਸੀਂ ਵੀ ਉਸ ਮਨੁੱਖ ਨੂੰ ਯਾਦ ਰੱਖਦੇ ਹਾਂ, ਚੇਤਾ ਰੱਖਦੇ ਹਾਂ, ਕਿਉਂਕਿ ਕਿਸੇ ਸਮੇਂ ਉਹਨੇ ਸਾਡੀ ਮਦਦ ਕੀਤੀ, ਸਾਡਾ ਭਲਾ ਕੀਤਾ ਸੀ, ਸਾਡੇ ਬਾਰੇ ਚੰਗਾ ਸੋਚਿਆ ਸੀ। ਇਸੇ ਤਰ੍ਹਾਂ ਹੀ ਜਦੋਂ ਗੁਰੂ ਸਾਡੇ 'ਤੇ ਪਰਉਪਕਾਰ ਕਰ ਰਿਹਾ, ਸਾਡੇ ਜੀਵਨ ਨੂੰ ਸਵਾਰ ਰਿਹਾ, ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਉਸ ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਚੇਤਾ ਰੱਖੀਏ, ਉਹਨੂੰ ਜੀਵਨ ਦੇ ਵਿੱਚੋਂ ਕਦੇ ਨਾ ਵਿਸਾਰੀਏ। ਤੇ ਰਵਿਦਾਸ ਮਹਾਰਾਜ ਜੀ ਬਚਨ ਕਰਦੇ ਨੇ, ਕਹਿੰਦੇ ਜਦੋਂ ਮਨੁੱਖ ਦੇ ਜੀਵਨ ਦੇ ਅੰਦਰ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹਦੇ ਜੀਵਨ ਦੇ ਵਿੱਚੋਂ ਇਹਨਾਂ ਵਹਿਮਾਂ ਭਰਮਾਂ ਦਾ ਜਿਹੜਾ ਹਨੇਰਾ ਹੁੰਦਾ, ਕਰਮ ਕਾਂਡਾਂ ਦਾ ਹਨੇਰਾ ਹੁੰਦਾ, ਅਗਿਆਨਤਾ ਦਾ ਹਨੇਰਾ ਹੁੰਦਾ, ਉਹ ਦੂਰ ਹੋ ਜਾਂਦਾ ਆ। ਅੱਗੇ ਮਾਲਕ ਜੀ ਬਚਨ ਕਰਦੇ ਨੇ, ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ। ਮਾਲਕ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਜੇਕਰ ਮਨੁੱਖ ਦੇ ਪੂਰਬਲੇ ਭਾਗ ਜਾਗਣ ਤੇ ਕਹਿੰਦੇ ਸਤਿਗੁਰੂ ਮਿਲ ਪੈਂਦਾ ਆ। ਪੂਰਬਲੇ ਭਾਗ ਕੀ ਆ? ਭਾਵ ਕਿ ਜੀਵਨ ਦੇ ਅੰਦਰ ਜਿਹੜਾ ਬੀਤ ਚੁੱਕੇ ਸਮੇਂ ਦੇ ਅੰਦਰ ਜੇਕਰ ਅਸੀਂ ਗੁਰੂ ਦੇ ਦੱਸੇ ਮਾਰਗ ਉੱਤੇ ਚੱਲਾਂਗੇ ਤੇ ਗੁਰੂ ਪਿਆਰ ਵਾਲਿਓ, ਫਿਰ ਜਿਹੜਾ ਆਉਣ ਵਾਲੇ ਸਮੇਂ ਵਿੱਚ ਗੁਰੂ ਸਾਨੂੰ ਪ੍ਰਾਪਤ ਹੋ ਜਾਵੇਗਾ। ਹੁਣ ਮੰਨ ਲਓ ਜਿਵੇਂ ਜਿਵੇਂ ਸਾਡਾ ਜਿਹੜਾ ਇੱਥੇ ਬੈਠਿਆਂ ਗੁਰੂ ਦੀ ਗੋਦ ਵਿੱਚ ਬੈਠਿਆਂ, ਪੂਰਬਲੇ ਭਾਗ ਕੀ ਹੁੰਦੇ ਆ? ਕੋਈ ਪੂਰਬਲੇ ਭਾਗ ਕੋਈ ਪਿਛਲੇ ਜਨਮ ਨਹੀਂ ਹੈ। ਜਿਵੇਂ ਅਸੀਂ ਕਹਿ ਦਿੰਦੇ ਭਾਈ ਕੋਈ ਪਿਛਲੇ ਜਨਮ ਵਿੱਚ ਕਿਹੜਾ ਕੋਈ ਲੇਖਾ ਜੋਖਾ ਹੋਣਾ, ਕੋਈ ਰਹਿਣ ਵਾਲਾ ਦੇਣ ਵਾਲਾ ਹੋਣਾ, ਤਾਂ ਹੀ ਤੇਰੇ ਨਾਲ ਆ ਘਟਨਾ ਵਾਪਰੀ ਆ। ਅਸੀਂ ਉਸ ਘਟਨਾ ਨੂੰ ਪੂਰਬਲੇ ਪਿਛਲੇ ਜਨਮ ਨਾਲ ਕਿਤੇ ਜੋੜ ਦਿੰਦੇ ਆ, ਤੇ ਪਿਛਲਾ ਜਨਮ ਕਿਸੇ ਨੇ ਵੇਖਿਆ ਨਹੀਂ ਹੁੰਦਾ। ਅਸਲ ਵਿੱਚ ਪਿਛਲਾ ਜਨਮ ਕਿਹੜਾ? ਜਿਹੜਾ ਅਸੀਂ ਇੱਥੇ ਬੈਠੇ ਹੋਏ ਆ, ਜਿਹੜਾ ਹੁਣ ਇੱਕ ਇੱਕ ਸਕਿੰਟ ਜਿਹੜਾ ਬੀਤ ਰਿਹਾ ਨਾ, ਇਹ ਪੂਰਬਲਾ ਬਣਦਾ ਜਾ ਰਿਹਾ ਆ। ਇਹ ਹੌਲੀ ਹੌਲੀ ਪੂਰਬਲਾ ਬਣਦਾ ਜਾ ਰਿਹਾ ਆ। ਜਿਵੇਂ ਮੰਨ ਲਓ ਅਸੀਂ 5:30 ਵਜੇ ਗੁਰੂ ਦੀ ਗੋਦ ਵਿੱਚ ਬੈਠੇ ਆ, ਹੁਣ ਸਮਾਂ ਜਿਹੜਾ ਅੱਗੇ ਲੰਘ ਗਿਆ, ਉਹ ਜਿਹੜਾ ਸਮਾਂ ਨਾ ਉਹ ਪੂਰਬਲਾ ਬਣ ਗਿਆ। ਜਿਹੜਾ ਬੀਤ ਚੁੱਕਿਆ ਸਮਾਂ, ਹੁਣ ਉਹਨਾਂ ਸਮਾਂ ਜਿਹੜਾ ਜਿਵੇਂ ਜਿਵੇਂ ਦਿਨ ਬੀਤੇ ਜਾਵੇਗਾ ਨਾ, ਉਹ ਪੂਰਬਲਾ ਬਣਦਾ ਜਾਵੇਗਾ। ਮਾਲਕ ਜੀ ਕਹਿੰਦੇ ਨੇ ਜਿਹੜਾ ਮਨੁੱਖ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ, ਕਹਿੰਦੇ ਉਹਦੇ ਜੀਵਨ ਦੇ ਅੰਦਰ ਉਹਨੂੰ ਗੁਰੂ ਪ੍ਰਾਪਤ ਹੋ ਜਾਵੇਗਾ। ਪੂਰਬ ਲਿਖਤ ਲਿਲਾਟ, ਕਹਿੰਦੇ ਜਿਹੜਾ ਗੁਰੂ ਮਿਲ ਪੈਂਦਾ ਹੈ, ਤੇ ਗੁਰੂ ਕਹਿੰਦੇ ਜਿਹੜਾ ਸਾਰੇ ਪਾਰਸਾਂ ਨਾਲੋਂ ਵਧੀਆ ਪਾਰਸਾ, ਗੁਰੂ ਜਿਹੜਾ ਸਾਰੇ ਪਾਰਸਾਂ ਨਾਲੋਂ ਇੱਕ ਵਧੀਆ ਪਾਰਸਾ, ਜਿਹੜਾ ਤੇਰੇ ਜੀਵਨ ਨੂੰ ਵੀ ਸੋਹਣਾ ਬਣਾ ਦੇਵੇਗਾ। ਉਨ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ। ਬਜਰ ਕਹਿੰਦੇ ਆ ਕਰੜੇ, ਸਖਤ, ਪੱਕੇ। ਜਿਵੇਂ ਬਜਰ ਭਾਵ ਕਿ ਬਜਰੀ ਕਹਿ ਲਈਏ, ਬਜਰੀ ਦੇਖੋ ਕਿੰਨੀ ਸਖਤ ਹੁੰਦੀ ਆ, ਪੱਥਰ ਜਿਹੜਾ ਹੁੰਦਾ ਬਜਰੀ। ਬਜਰ ਦਾ ਅਰਥ ਕਿ ਪੱਕੇ, ਕਰੜੇ, ਸਖਤ। ਕਪਾਟ ਦਾ ਅਰਥ ਹੁੰਦਾ ਦਰਵਾਜ਼ੇ, ਭਾਵ ਕਿ ਕਵਾੜ। ਮਾਲਕ ਜੀ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਨਾ, ਕਹਿੰਦੇ ਫਿਰ ਉਸ ਨੂੰ ਉਹ ਮਾਲਕ ਵਾਹਿਗੁਰੂ ਮਿਲ ਪੈਂਦਾ ਆ। ਜੇ ਸਾਡੇ ਮਨ ਵਿੱਚ ਗੁਰੂ ਨੂੰ, ਪ੍ਰਭੂ ਨੂੰ ਮਿਲਣ ਦੀ ਤਾਂਘ ਹੀ ਨਹੀਂ ਹੈਗੀ ਆ, ਤੇ ਅਸੀਂ ਫਿਰ ਕਦੇ ਨਹੀਂ ਮਿਲ ਸਕਦੇ। ਜੇਕਰ ਬੱਚੇ ਦੇ ਮਨ ਵਿੱਚ ਮਾਂ ਨੂੰ ਮਿਲਣ ਦੀ ਤਾਂਘ ਆ, ਉਹ ਫਿਰ ਕੋਈ ਨਾ ਕੋਈ ਉਦਮ ਕਰੇਗਾ, ਕੋਈ ਨਾ ਕੋਈ ਤਰੀਕਾ ਵਰਤੇਗਾ, ਕਿਸੇ ਨੂੰ ਕਹੇਗਾ ਕਿ ਮੈਂ ਆਪਣੀ ਮਾਂ ਨੂੰ, ਆਪਣੇ ਪਿਤਾ ਨੂੰ ਮਿਲਣਾ ਆ, ਤੇ ਗੁਰੂ ਪਿਆਰ ਵਾਲੇ ਉਹ ਫਿਰ ਮਿਲ ਪਵੇਗਾ।
ਇਸੇ ਤਰ੍ਹਾਂ ਹੀ ਸੰਸਾਰ ਵਿੱਚ ਕਿਤੇ ਵੀ ਜਿਸ ਚੀਜ਼ ਦੇ ਪ੍ਰਤੀ, ਜਿਸ ਵਸਤੂ ਦੇ ਪ੍ਰਤੀ ਸਾਡੇ ਮਨ ਵਿੱਚ ਤਾਂਘ ਹੈ ਕਿ ਭਾਈ ਇਹਨੂੰ ਮੈਂ ਪ੍ਰਾਪਤ ਕਰਨਾ, ਫਿਰ ਬੰਦਾ ਉਹ ਕੋਈ ਨਾ ਕੋਈ ਤਰੀਕਾ ਵਰਤ ਕੇ ਪ੍ਰਾਪਤ ਕਰਦਾ ਹੈ। ਜੇ ਸਾਡੇ ਮਨ ਵਿੱਚ ਤਾਂਘ ਹੀ ਨਹੀਂ ਹੈਗੀ ਆ, ਚਾਅ ਹੀ ਨਹੀਂ ਹੈਗਾ, ਉਤਸ਼ਾਹ ਹੀ ਨਹੀਂ ਹੈਗਾ ਕਿ ਮੈਂ ਮਾਲਕ ਵਾਹਿਗੁਰੂ ਨੂੰ ਮਿਲਾਂ, ਮੈਂ ਉਹਦੇ ਗੁਣਾਂ ਨੂੰ ਆਪਣੇ ਜੀਵਨ 'ਚ ਵਸਾਵਾਂ, ਫਿਰ ਸਾਡਾ ਜੀਵਨ ਕਦੇ ਨਹੀਂ ਮਿਲ ਸਕਦਾ। ਸਾਨੂੰ ਆਪਣੇ ਜੀਵਨ 'ਚ ਚਾਅ ਪੈਦਾ ਕਰਨਾ, ਉਤਸ਼ਾਹ ਪੈਦਾ ਕਰਨਾ ਪੈਣਾ ਆ। ਮਾਲਕ ਜੀ ਕਹਿੰਦੇ ਨੇ ਫਿਰ ਮਨ ਦੇ ਜਿਹੜੇ ਕਰੜੇ ਕਵਾੜ ਹੁੰਦੇ ਆ ਖੁੱਲ੍ਹ ਜਾਂਦੇ ਆ, ਮਨ ਦੇ ਜਿਹੜੇ ਦਰਵਾਜ਼ੇ ਪੱਕੇ ਹੁੰਦੇ ਆ ਸਖਤ, ਕਹਿੰਦੇ ਉਹ ਖੁੱਲ੍ਹ ਜਾਂਦੇ ਨੇ। ਮਾਲਕ ਜੀ ਕਹਿੰਦੇ ਜੋ ਦਰਵਾਜ਼ੇ ਖੁੱਲ੍ਹ ਗਏ ਗੁਰੂ ਪਿਆਰ ਵਾਲਿਓ, ਫਿਰ ਮਨੁੱਖ ਜਿਹੜਾ ਹੁਣ ਮੰਨ ਲਓ ਦਰਵਾਜ਼ਾ, ਜਿੰਨਾ ਚਿਰ ਦਰਵਾਜ਼ਾ ਬੰਦ ਆ ਉਨਾ ਚਿਰ ਉਹ ਮਨੁੱਖ ਅੰਦਰ ਨਹੀਂ ਜਾ ਸਕਦਾ। ਦਰਵਾਜ਼ਾ ਖੁੱਲ੍ਹੇਗਾ ਫਿਰ ਹੀ ਜਾਵੇਗਾ ਕਿਸੇ ਵੀ ਕਮਰੇ ਵਿੱਚ। ਇਸੇ ਤਰ੍ਹਾਂ ਹੀ ਮਨੁੱਖ ਦੇ ਮਨ ਦੇ ਦਰਵਾਜ਼ੇ ਬੰਦ ਹੋਏ ਪਏ ਆ ਵਿਕਾਰਾਂ ਦੇ ਨਾਲ, ਬੁਰਾਈਆਂ ਕਰਕੇ। ਪਰ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਨਾਲ ਮਿਲ ਪੈਂਦਾ ਆ, ਫਿਰ ਇਹਦੇ ਮਨ ਦੇ ਦਰਵਾਜ਼ੇ ਜਿਹੜੇ ਖੁੱਲ੍ਹ ਜਾਂਦੇ ਆ। ਭਗਤ ਜੁਗਤ ਮਤ ਸਤ ਕਰੀ, ਕਹਿੰਦੇ ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿੱਚ ਜੁੜ ਕੇ, ਮਾਲਕ ਜੀ ਕਹਿੰਦੇ ਨੇ ਭਗਤੀ ਦੀ ਬਰਕਤ ਨਾਲ ਜਿਸ ਨੇ ਪ੍ਰਭੂ ਦੀ ਭਗਤੀ ਕੀਤੀ ਆ, ਪਾਤਸ਼ਾਹ ਕਹਿੰਦੇ ਨੇ ਉਹਦਾ ਜੀਵਨ ਵਿਕਾਰਾਂ ਤੇ ਮਾਇਆ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ। ਉਹਦੇ ਜੀਵਨ 'ਚੋਂ ਭਟਕਣਾ ਬੰਦ ਹੋ ਜਾਂਦੀ ਆ। ਭ੍ਰਮ ਬੰਧਨ ਕਾਟ ਵਿਕਾਰ, ਕਹਿੰਦੇ ਉਹਨੇ ਮਾਇਆ ਦੇ ਬੰਧਨਾਂ ਨੂੰ ਕੱਟ ਦਿੱਤਾ, ਵਿਕਾਰਾਂ ਦੇ ਬੰਧਨਾਂ ਨੂੰ ਕੱਟ ਦਿੱਤਾ। ਕਾਮ ਕ੍ਰੋਧ ਲੋਭ ਮੋਹੇ ਮਨ ਕੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਮਾਲਕ ਜੀ ਕਹਿੰਦੇ ਗੁਰੂ ਨੇ ਜੀਵਨ ਨੂੰ ਬੰਧਨਾਂ ਤੋਂ ਮੁਕਤ ਕਰ ਦਿੱਤਾ, ਜੀਵਨ 'ਚੋਂ ਬੰਧਨ ਕੱਟ ਦਿੱਤੇ। ਕਿਹੜੇ? ਵਿਕਾਰਾਂ ਤੇ। ਗੁਰੂ ਪਿਆਰ ਵਾਲਿਓ, ਜਿਵੇਂ ਕਈ ਵਾਰੀ ਦੇਖੋ ਮਨੁੱਖ ਤੇ ਬੰਧਨ ਲਾਏ ਜਾਂਦੇ। ਬੰਧਨ ਦਾ ਮਤਲਬ ਕਿ ਇੱਕ ਦਾਇਰਾ ਬਣਾਇਆ ਜਾਂਦਾ, ਮਨੁੱਖ ਨੂੰ ਇੱਕ ਨਿਯਮ ਦਿੱਤੇ ਜਾਂਦੇ, ਭਾਈ ਤੂੰ ਇਹਨਾਂ ਬੰਧਨਾਂ ਵਿੱਚ ਰਹਿਣਾ ਆ। ਜਿਵੇਂ ਪੰਛੀ ਦੇ ਅਸੀਂ ਬੰਧਨ ਲਾ ਦਈਏ, ਹੁਣ ਪੰਛੀ ਵਾਸਤੇ ਜਿਹੜਾ ਪਿੰਜਰਾ ਆ ਉਹ ਇੱਕ ਤਰ੍ਹਾਂ ਦਾ ਬੰਧਨ ਆ, ਅਤੇ ਪੰਛੀ ਕਦੇ ਨਹੀਂ ਚਾਹੁੰਦਾ ਕਿ ਮੈਂ ਪਿੰਜਰੇ ਵਿੱਚ ਬੰਦ ਰਹਾਂ, ਉਹ ਕਹਿੰਦਾ ਮੈਂ ਆਜ਼ਾਦ ਘੁੰਮਾਂ। ਇਸੇ ਤਰ੍ਹਾਂ ਹੀ ਮਨੁੱਖ ਦੇ ਜੀਵਨ ਅੰਦਰ ਵੀ ਵਿਕਾਰਾਂ ਦੇ ਬੰਧਨ ਪਏ ਹੋਏ ਆ, ਵਿਕਾਰਾਂ ਦੇ ਬੰਧਨਾਂ ਵਿੱਚ, ਵਿਕਾਰਾਂ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ, ਵਹਿਮਾਂ ਭਰਮਾਂ ਦੇ ਪਖੰਡਾਂ ਦੇ ਬੰਧਨਾਂ ਵਿੱਚ ਪਿਆ ਹੋਇਆ ਆ। ਪਰ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਆ, ਫਿਰ ਮਨੁੱਖ ਆਜ਼ਾਦ ਹੋ ਜਾਂਦਾ ਆ। ਅਤੇ ਗੁਰੂ ਪਿਆਰ ਵਾਲਿਓ ਵੇਖੋ, ਹੁਣ ਜਿਹੜਾ ਇੱਕ ਮਨੁੱਖ ਜੇਲ੍ਹ ਵਿੱਚ ਬੈਠਾ ਹੋਇਆ, ਉਹ ਜੇਲ੍ਹ ਵੀ ਉਹਦੇ ਵਾਸਤੇ ਬੰਧਨ ਆ। ਕਿੰਨਾ ਚਿਰ, ਕਿੰਨਾ ਸਮਾਂ ਹੋ ਗਿਆ ਉਹ ਜੇਲ੍ਹ ਵਿੱਚ ਬੈਠਾ ਹੋਇਆ। ਜਦੋਂ ਉਸ ਜੇਲ੍ਹ ਤੋਂ ਆਜ਼ਾਦ ਹੁੰਦਾ ਨਾ, ਤੇ ਗੁਰੂ ਪਿਆਰ ਵਾਲਿਓ ਉਸ ਵੇਲੇ ਉਹਦੀ ਖੁਸ਼ੀ ਜਿਹੜੀ ਉਹੀ ਮਹਿਸੂਸ ਕਰ ਸਕਦਾ ਆ, ਉਹ ਦੱਸ ਵੀ ਨਹੀਂ ਸਕਦਾ ਕਿ ਕਿੰਨਾ ਅੱਜ ਉਹ ਖੁਸ਼ ਆ ਕਿ ਇਸ ਜੇਲ੍ਹ ਤੋਂ ਬਾਹਰ ਆ ਗਿਆ। ਜਿਵੇਂ ਕੋਈ ਮਨੁੱਖ ਕਿਸੇ ਨੂੰ ਕਮਰੇ ਵਿੱਚ ਕੈਦ ਰੱਖਿਆ ਜਾਵੇ, ਬੰਦੀ ਬਣਾ ਕੇ ਰੱਖਿਆ ਜਾਵੇ, ਬੜੇ ਸਮੇਂ ਬਾਅਦ ਛੱਡਿਆ ਜਾਵੇ, ਤੇ ਉਹ ਵੀ ਬੰਦਾ ਬੜਾ ਖੁਸ਼ ਹੁੰਦਾ ਆ, ਉਹ ਫਿਰ ਆਜ਼ਾਦ ਫੀਲ ਕਰਦਾ ਆ। ਅਤੇ ਇਸੇ ਤਰ੍ਹਾਂ ਹੀ ਗੁਰੂ ਪਿਆਰ ਵਾਲਿਓ, ਸਾਡਾ ਜੀਵਨ ਵੀ ਵਿਕਾਰਾਂ ਦੇ, ਬੁਰਾਈਆਂ ਦੇ, ਵਹਿਮਾਂ ਭਰਮਾਂ ਪਖੰਡਾਂ ਦੇ ਬੰਧਨਾਂ ਵਿੱਚ ਜਕੜਿਆ ਹੋਇਆ। ਪਰ ਜਦੋਂ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਤਾਂ ਸਾਡਾ ਜੀਵਨ ਵੀ ਆਜ਼ਾਦ ਹੋਵੇਗਾ। ਉਦੋਂ ਸਾਡੇ ਜੀਵਨ 'ਚ ਜਿਹੜੀ ਘੁੱਟਣ ਆ ਨਾ, ਉਹ ਨਿਕਲ ਜਾਵੇਗੀ। ਅਸੀਂ ਆਜ਼ਾਦ ਮਹਿਸੂਸ ਕਰਾਂਗੇ, ਖੁੱਲ੍ਹਾ ਮਹਿਸੂਸ ਕਰਾਂਗੇ। ਜਿੱਥੇ ਇੱਕ ਜਗ੍ਹਾ 'ਤੇ ਕੈਦ ਹੋਏ ਪਏ ਆ, ਜਦੋਂ ਕੈਦ ਤੋਂ ਛੁੱਟ ਗਏ, ਫਿਰ ਗੁਰੂ ਪਿਆਰ ਵਾਲਿਓ ਸਾਡੇ ਜੀਵਨ ਦੇ ਅੰਦਰ ਖੇੜਾ, ਖੁਸ਼ੀ, ਉਹ ਜਿਹੜਾ ਸਮਾਂ ਅਸੀਂ ਉਹ ਬਿਆਨ ਨਹੀਂ ਕਰ ਸਕਦੇ। ਮਾਲਕ ਜੀ ਕਹਿੰਦੇ ਨੇ ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਮਾਲਕ ਜੀ ਕਹਿੰਦੇ ਨੇ ਉਹੀ ਮਨੁੱਖ ਪ੍ਰਭੂ ਦੀ ਯਾਦ ਵਿੱਚ ਟਿਕ ਕੇ ਆਨੰਦ ਨਾਲ ਪ੍ਰਭੂ ਨਾਲ ਮਿਲ ਪੈਂਦੇ ਨੇ, ਪ੍ਰਭੂ ਨਾਲ ਜੁੜ ਜਾਂਦੇ ਨੇ, ਰੱਬੀ ਗੁਣਾਂ ਨੂੰ ਜੀਵਨ ਦਾ ਹਿੱਸਾ ਬਣਾ ਲੈਂਦੇ ਨੇ। ਮਾਲਕ ਜੀ ਕਹਿੰਦੇ ਨੇ ਜਿਹੜੇ ਗੁਣ ਨਿਰਗੁਣ ਏਕ ਵਿਚਾਰ, ਜਿਹੜੇ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿੱਚ ਰਹਿੰਦੇ ਨੇ, ਜਿਹੜੇ ਹਰ ਵੇਲੇ ਮਾਲਕ ਦੇ ਗੁਣਾਂ ਨੂੰ ਚੇਤਾ ਰੱਖਦੇ ਨੇ। ਮਾਲਕ ਦੇ ਗੁਣਾਂ ਨੂੰ ਚੇਤਾ ਕਿਵੇਂ ਰੱਖਣਾ? ਜੇਕਰ ਸਾਨੂੰ ਰੱਬੀ ਗੁਣ ਯਾਦ ਨੇ, ਫਿਰ ਜੀਵਨ ਦੇ ਅੰਦਰ ਸਾਡੀ ਸੋਚ ਜਿਹੜੀ ਮਾੜੇ ਪਾਸੇ ਨਹੀਂ ਜਾਵੇਗੀ, ਹੱਥਾਂ ਨਾਲ ਮਾੜੇ ਕੰਮ ਨਹੀਂ ਕਰਾਂਗੇ। ਜੇ ਅਸੀਂ ਰੱਬ ਨੂੰ ਚੇਤਾ ਰੱਖਿਆ ਹੋਇਆ ਆ, ਜੇ ਸਾਨੂੰ ਰੱਬ ਯਾਦ ਨਹੀਂ ਹੈਗਾ, ਫਿਰ ਮਾੜੇ ਕੰਮ ਕਰਾਂਗੇ। ਜਿਵੇਂ ਅਸੀਂ ਕਹਿੰਦੇ ਕਿ ਭਾਈ ਲੱਗਦਾ ਇਹਨੂੰ ਰੱਬ ਨਹੀਂ ਯਾਦ, ਇਸ ਕਰਕੇ ਗਲਤ ਕੰਮ ਕਰ ਰਿਹਾ ਆ। ਭਲਿਆ ਤੂੰ ਰੱਬ ਨੂੰ ਚੇਤਾ ਕਰ ਲਾ, ਤੂੰ ਮਾੜੇ ਕੰਮ ਨਾ ਕਰ। ਰੱਬ ਨੂੰ ਚੇਤਾ ਕਰਨਾ, ਰੱਬ ਨੂੰ ਯਾਦ ਰੱਖਣਾ ਕਿ ਸਾਡਾ ਜੀਵਨ ਇਸ ਗੱਲ ਨੂੰ ਸਾਬਤ ਕਰਦਾ ਕਿ ਸਾਡਾ ਜੀਵਨ ਸਹੀ ਰਾਹ 'ਤੇ ਚੱਲ ਰਿਹਾ। ਪਰ ਜੇ ਅਸੀਂ ਜੀਵਨ 'ਚ ਮਾੜੇ ਕੰਮ ਕਰਦੇ ਹਾਂ, ਗਲਤ ਪਾਸੇ ਜਾ ਰਹੇ ਹਾਂ, ਇਹਦਾ ਅਰਥ ਕਿ ਸਾਨੂੰ ਰੱਬ ਚੇਤਾ ਨਹੀਂ ਹੈ।
ਜਿਹਨੂੰ ਰੱਬ ਚੇਤਾ ਆ ਉਹ ਭਾਵੇਂ ਜਿੱਥੇ ਮਰਜ਼ੀ ਵੀ ਬੈਠਾ ਹੋਵੇ ਉੱਥੇ ਵੀ ਕੋਈ ਗਲਤ ਰਾਹ 'ਤੇ ਨਹੀਂ ਚੱਲੇਗਾ, ਅਤੇ ਜਿਹਨੂੰ ਰੱਬ ਯਾਦ ਨਹੀਂ ਆ ਉਹ ਸਾਰੀ ਦੁਨੀਆ ਦੇ ਸਾਹਮਣੇ ਵੀ ਗਲਤ ਕੰਮ ਕਰੇਗਾ। ਮਾਲਿਕ ਜੀ ਕਹਿੰਦੇ ਨੇ ਗੁਣ ਨਿਰਗੁਣ ਏਕ ਵਿਚਾਰ ਅਨਕ ਯਤਨ ਨਿਗ੍ਰਹਿ ਕੀਏ। ਮਾਲਿਕ ਜੀ ਕਹਿੰਦੇ ਨੇ ਟਾਰੀ ਨਾ ਟਰੇ ਭਰਮ ਫਾਸ। ਨਿਗ੍ਰਹਿ ਦਾ ਅਰਥ ਹੁੰਦਾ ਆ ਮਨ ਨੂੰ ਰੋਕਣਾ, ਮਨ ਨੂੰ ਵਿਕਾਰਾਂ ਵੱਲੋਂ ਰੋਕਣਾ, ਮਨ ਨੂੰ ਬੁਰਾਈ ਵੱਲੋਂ ਰੋਕਣਾ। ਕਹਿੰਦੇ ਜਿਹੜੇ ਪ੍ਰਭੂ ਦੀ ਯਾਦ ਤੋਂ ਬਿਨਾਂ, ਰੱਬੀ ਗੁਣਾਂ ਦੀ ਯਾਦ ਤੋਂ ਬਿਨਾਂ ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦਾ ਕਹਿੰਦੇ ਹੋਰ ਜਿੰਨੇ ਮਰਜ਼ੀ ਤੂੰ ਯਤਨ ਕਰ, ਕਹਿੰਦੇ ਜਿੰਨੇ ਮਰਜ਼ੀ ਹੀਲੇ ਵਰਤ ਕਰ, ਜਿੰਨੇ ਕਰਮ ਕਾਂਡ ਕਰ, ਜਿੰਨੇ ਮਰਜ਼ੀ ਪਖੰਡ ਕਰ, ਮਾਲਿਕ ਜੀ ਕਹਿੰਦੇ ਫਿਰ ਵੀ ਤੇਰਾ ਮਨ ਜਿਹੜਾ ਵਿਕਾਰਾਂ ਤੋਂ ਨਹੀਂ ਰੁਕ ਸਕਦਾ। ਹੁਣ ਜਿਹੜੇ ਲੋਕ ਸੰਸਾਰ ਦੇ ਅੰਦਰ ਕਿੰਨੇ ਕਰਮ ਕਾਂਡ ਪਖੰਡ ਕੀਤੇ ਜਾ ਰਹੇ ਆ, ਇਹ ਸਾਰੇ ਕਹਿੰਦੇ ਸਾਡਾ ਮਨ ਰੁਕ ਜਾਵੇ, ਮਨ ਚੰਗੇ ਪਾਸੇ ਲੱਗੇ, ਮਨ 'ਚ ਭਟਕਣਾ ਖਤਮ ਹੋ ਜਾਵੇ, ਸ਼ਾਂਤੀ ਆ ਜਾਵੇ, ਟਿਕਾ ਆ ਜਾਵੇ। ਮਾਲਿਕ ਜੀ ਕਹਿੰਦੇ ਇਸ ਤਰ੍ਹਾਂ ਕੁਝ ਨਹੀਂ ਹੋਣਾ। ਟਾਰੀ ਨਾ ਟਰੇ ਭਰਮ ਫਾਸ। ਕਹਿੰਦੇ ਤਾਂ ਵੀ ਜਿਹੜਾ ਮਨ ਵਿਕਾਰਾਂ ਵੱਲ ਜਾਣ ਤੋਂ ਨਹੀਂ ਰੋਕ ਸਕਦਾ, ਇਸ ਭਟਕਣ ਦੀ ਫਾਹੀ ਵਿੱਚ ਉਹ ਕਦੇ ਵੀ ਨਹੀਂ ਟਲ ਸਕਦਾ, ਵਿਕਾਰਾਂ ਦੀ ਫਾਹੀ ਵਿੱਚ ਫਸੇਗਾ। ਮਾਲਿਕ ਜੀ ਕਹਿੰਦੇ ਨੇ ਪ੍ਰੇਮ ਭਗਤ ਨਹੀਂ ਊਪਜੈ ਤਾਤੇ ਰਵਿਦਾਸ ਉਦਾਸ। ਰਵਿਦਾਸ ਮਹਾਰਾਜ ਜੀ ਬਚਨ ਕਰਦੇ ਨੇ, ਕਹਿੰਦੇ ਇਹਨਾਂ ਕਰਮ ਕਾਂਡਾਂ ਦੇ ਯਤਨਾਂ ਦੇ ਨਾਲ ਕਹਿੰਦੇ ਤੇਰੇ ਜੀਵਨ ਅੰਦਰ ਮਾਲਕ ਦੀ ਪ੍ਰੇਮਾ ਭਗਤੀ ਪੈਦਾ ਨਹੀਂ ਹੋ ਸਕਦੀ, ਤੇਰੇ ਜੀਵਨ 'ਚ ਮਾਲਕ ਦਾ ਪਿਆਰ ਪੈਦਾ ਨਹੀਂ ਹੋ ਸਕਦਾ, ਜਿੰਨੇ ਮਰਜ਼ੀ ਕਰਮ ਕਾਂਡ ਕਰ, ਜਿੰਨੇ ਮਰਜ਼ੀ ਪਖੰਡ ਕਰ। ਮਾਲਿਕ ਜੀ ਕਹਿੰਦੇ ਨੇ ਰਵਿਦਾਸ ਮਹਾਰਾਜ ਜੀ ਇਸ ਵਾਸਤੇ ਬਚਨ ਕਰਦੇ ਨੇ, ਕਹਿੰਦੇ ਮੈਂ ਇਹਨਾਂ ਕਰਮਾਂ ਨੂੰ, ਇਹਨਾਂ ਧਰਮਾਂ ਦੇ ਜਿਹੜੇ ਕੀਤੇ ਹੋਏ ਕਰਮ ਨੇ, ਇਹ ਪਖੰਡ ਨੇ, ਕਹਿੰਦੇ ਇਹਨਾਂ ਨੂੰ ਛੱਡ ਕੇ ਮੈਂ ਵੀ ਆਪਣੇ ਜੀਵਨ ਨੂੰ ਪ੍ਰਭੂ ਚਰਨਾਂ ਨਾਲ ਜੋੜ ਲਿਆ। ਅਤੇ ਰਵਿਦਾਸ ਮਹਾਰਾਜ ਜੀ ਸਾਡੇ ਜੀਵਨ ਨੂੰ ਵੀ ਉਸ ਮਾਲਕ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ ਚਾਹੁੰਦੇ ਨੇ, ਜਿਸ ਕਰਕੇ ਸਾਡਾ ਜੀਵਨ ਆਨੰਦ ਨਾਲ, ਖੇੜੇ ਨਾਲ, ਸਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਵੇ। ਅਤੇ ਗੁਰੂ ਪਿਆਰ ਵਾਲਿਓ ਆਪਣੇ ਜੀਵਨ 'ਚ ਵਿਚਾਰ ਅਸੀਂ ਹਰ ਰੋਜ਼ ਇਹ ਗੱਲ ਆਖਦੇ ਕਿ ਭਾਈ ਸਤਿਗੁਰੂ ਦੀ ਬਾਣੀ ਸੱਚੀ ਆ, ਸਤਿਗੁਰੂ ਦੀ ਬਾਣੀ ਵਿੱਚ ਝੂਠ ਨਹੀਂ ਹੈ, ਪਰ ਗੁਰੂ ਪਿਆਰ ਵਾਲਿਓ ਕਹਿਣ ਦੇ ਨਾਲ ਕੁਝ ਨਹੀਂ ਬਣਨਾ। ਇਹਦਾ ਅਰਥ ਕੀ ਆ, ਜੇਕਰ ਅਸੀਂ ਪਖੰਡਾਂ ਦਾ, ਵਹਿਮਾਂ ਭਰਮਾਂ ਦਾ ਖਹਿੜਾ ਨਹੀਂ ਛੱਡਦੇ, ਫਿਰ ਅਸੀਂ ਇਸ ਗੱਲ ਨੂੰ ਸਾਬਤ ਕਰਦੇ ਹਾਂ ਕਿ ਭਾਈ ਗੁਰਬਾਣੀ ਝੂਠੀ ਆ ਅਤੇ ਗੁਰਬਾਣੀ ਦਾ ਕੋਈ ਫਾਇਦਾ ਨਹੀਂ ਪੜ੍ਹਨ ਦਾ। ਜੇ ਜਿਹੜਾ ਬੰਦਾ ਗੁਰਬਾਣੀ ਨੂੰ ਸੱਚੀ ਮੰਨਦਾ ਹੈ ਫਿਰ ਤਾਂ ਉਹ ਗੁਰਬਾਣੀ ਦੇ ਲੜ ਲੱਗਦਾ ਨਾ, ਫਿਰ ਤਾਂ ਪਖੰਡਾਂ ਵਾਲੇ ਪਾਸੇ ਤੁਰਦਾ ਹੀ ਨਹੀਂ। ਫਿਰ ਉਹ ਇਸ ਤਰ੍ਹਾਂ ਥੋੜ੍ਹਾ ਕਰਦਾ ਕਿ ਬਾਹਰ ਕਿਸੇ ਮੱਟੀ 'ਤੇ ਮੱਥਾ ਟੇਕ ਕੇ ਫਿਰ ਗੁਰਦੁਆਰੇ ਵੀ ਆ ਕੇ ਮੱਥਾ ਟੇਕੀ ਜਾਵੇ, ਬਾਹਰ ਕਿਸੇ ਜਗ੍ਹਾ 'ਤੇ ਮੱਥਾ ਟੇਕ ਕੇ ਫਿਰ ਗੁਰਦੁਆਰੇ ਵੀ ਮੱਥਾ ਟੇਕੀ ਜਾਵੇ। ਭਾਵ ਕਿ ਜੇ ਅਸੀਂ ਗੁਰਬਾਣੀ ਨੂੰ ਸੱਚਮੁੱਚ ਸੱਚ ਦੀ ਬਾਣੀ ਮੰਨਦੇ ਹਾਂ, ਸੱਚਮੁੱਚ ਸਾਡੇ ਮਨ ਵਿੱਚ ਸਤਿਕਾਰ ਆ, ਫਿਰ ਸਾਨੂੰ ਅੱਜ ਤੋਂ ਹੀ ਇਹ ਪ੍ਰਣ ਕਰ ਲੈਣਾ ਚਾਹੀਦਾ ਕਿ ਭਾਈ ਅਸੀਂ ਅੱਜ ਤੋਂ ਬਾਅਦ ਸਤਿਗੁਰੂ ਤੋਂ ਬਗੈਰ, ਗੁਰੂ ਦੀ ਬਾਣੀ ਤੋਂ ਬਗੈਰ ਕਿਸੇ ਹੋਰ ਦਾ ਆਸਰਾ ਨਹੀਂ ਲਵਾਂਗੇ। ਅਸੀਂ ਗੁਰਬਾਣੀ 'ਤੇ ਭਰੋਸਾ ਰੱਖਾਂਗੇ, ਵਿਸ਼ਵਾਸ ਰੱਖਾਂਗੇ। ਪਰ ਜੇਕਰ ਜੀਵਨ ਦੇ ਅੰਦਰ ਅਸੀਂ ਵਹਿਮਾਂ ਭਰਮਾਂ ਪਖੰਡਾਂ ਦਾ ਖਹਿੜਾ ਨਹੀਂ ਛੱਡਣਾ, ਇਹਦਾ ਅਰਥ ਕੀ ਹੈ, ਗੁਰਬਾਣੀ ਸਾਡੇ ਵਾਸਤੇ ਝੂਠੀ ਆ, ਗੁਰਬਾਣੀ ਕੋਈ ਵੀ ਸਾਡੇ ਸਾਹਮਣੇ ਸੱਚਾਈ ਨਹੀਂ ਰੱਖਦੀ। ਅਤੇ ਗੁਰੂ ਪਿਆਰ ਵਾਲਿਓ ਗੁਰਬਾਣੀ ਦਾ ਜਿਹੜਾ ਸੱਚ ਇਹ ਕਦੇ ਵੀ ਖਤਮ ਨਹੀਂ ਹੋ ਸਕਦਾ। ਗੁਰਬਾਣੀ ਸਦਾ ਵਾਸਤੇ ਸੱਚੀ ਰਹਿਣੀ ਆ, ਭਾਵੇਂ ਮਨੁੱਖ ਸਹੀ ਰਾਹ ਚੱਲੇ, ਗਲਤ ਰਾਹ ਚੱਲੇ, ਗੁਰਬਾਣੀ ਦੇ ਉੱਤੇ ਕੋਈ ਅਸਰ ਨਹੀਂ ਹੋਣਾ। ਤੂੰ ਚਾਹੇ ਗੁਰਬਾਣੀ ਨੂੰ ਮੰਨ, ਚਾਹੇ ਨਾ ਮੰਨ, ਪਰ ਮਾਲਿਕ ਜੀ ਕਹਿੰਦੇ ਜੇ ਮੰਨੇਗਾ ਤੇਰਾ ਜੀਵਨ ਸੁਖੀ ਆ, ਜੇ ਨਹੀਂ ਮੰਨੇਗਾ ਤੇਰਾ ਜੀਵਨ ਦੁਖੀ ਹੋਵੇਗਾ। ਸੋ ਮਾਲਿਕ ਜੀ ਕਿਰਪਾ ਰਹਿਮਤ ਕਰਨ। ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।